ਉਹ ਜਿਹੜੀ चिट्ठी लीक हुई है वो अद्धा वर्जन है। उसे बंदे की हथ लिख चिट्ठी एक होर भी हैगी है रिपोर्ट, वो अजे प्रैस के सामने नहीं आई। उन्हां ते कार्रवाई होएगी ਜਿਹੜੀਆਂ बड़ियां बच्चियां नशियां ਦੇ ਵਿੱਚ ਜਿਹੜਿਆਂ ਨੂੰ ਹੁਣ ਭੰਬਲ ਪੁੱਸਾ ਪਿਆ ਹੋਇਆ ਯਾਰ ਭੱਜਣ ਲੱਗੇ ਵੇ ਜਿਹੜਿਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਸਾਡੇ ਅਫਸਰਾਂ ਨੂੰ ਧਮਕੀਆਂ ਦੇ ਰਹੇ ਉਹਨਾਂ ਨੇ ਲੀਕ ਕੀਤੀ ਸੀ, लेकिन वो बहुत छोटा पोर्शन है। ਤੇ ਸੀਵਰਮੈਨ ਤੇ ਕੰਟਰੈਕਟ ਤੇ ਲੱਗੇ ਨਗਰ ਨਿਗਮਾਂ ਤੇ ਮਿਊਨਿਸਪਲ ਕਮੇਟੀਆਂ ਦੇ ਕਰਮਚਾਰੀ ਉਹਨਾਂ ਨੂੰ ਸਰਕਾਰ ਨੇ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। ਜਿਹੜੇ ਕੰਟਰੈਕਟ ਬੇਸ ਤੇ ਲੱਗੇ ਹੋਏ ਆ ਉਹਨਾਂ 'ਚ 10 ਸਾਲ ਵਾਲੀ ਸ਼ਰਤ ਨਹੀਂ ਹੋਏਗੀ। ਉਹਨਾਂ ਨੂੰ ਪਿਛਲੀ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਫੈਸਲਾ ਹੋਇਆ ਸੀ, ਉਹਨਾਂ ਨੇ ਲਾਗੂ ਨਹੀਂ ਸੀ ਕੀਤਾ। ਅਸੀਂ ਉਸ ਫੈਸਲੇ ਨੂੰ ਲਾਗੂ ਕਰ ਰਹੇ ਹਾਂ। ਪੁਰਾਣੇ ਬਕਾਏ ਪਾਣੀ ਦੇ ਜਿਹੜੇ ਪਿੰਡਾਂ ਦੇ ਵਿੱਚ ਖੜੇ ਸੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਮਾਫ ਕਰ ਦਿੱਤਾ ਹੈ। ਲਗਭਗ 400 ਏਕੜ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ 25,000 ਨਵੇਂ ਘਰ ਬਣਾ ਕੇ ਦਿੱਤੇ ਜਾਣਗੇ। 25,000 ਮਕਾਨ ਜੋ ਅਸੀਂ 25,000 ਲੋਕਾਂ ਨੂੰ ਦਵਾਂਗੇ ਬਣਾ ਕੇ। ਉਸ ਦਾ ਅੱਜ ਕੈਬਨਿਟ ਨੇ ਫੈਸਲਾ ਕਰ ਲਿਆ ਹੈ। 400 ਏਕੜ ਜ਼ਮੀਨ ਦੀ ਸ਼ਰਾਕਤ ਕਰ ਲਈ ਅਸੀਂ ਸਾਡੇ ਕੋਲ ਹੈ ਤੇ ਅਸੀਂ ਉਹਦੇ 'ਚ ਬਣਾਉਣ ਲੱਗੇ। 229 ਸਕੂਲਾਂ ਨੂੰ ਅੱਜ ਅਸੀਂ ਅਪਗ੍ਰੇਡ ਕਰ ਰਹੇ ਹਾਂ, ਮਿਡਲ ਤੋਂ ਹਾਈ ਜਾਂ ਹਾਈ ਤੋਂ ਹਾਈ ਸੈਕੰਡਰੀ। ਇਸ ਤੋਂ ਇਲਾਵਾ ਪਿੱਛੇ ਜੇ ਅਸੀਂ 3 ਵੀਲਰ ਵਾਲਿਆਂ ਨੂੰ ਮਿਲੇ ਸੀ ਲੁਧਿਆਣੇ ਦੇ ਵਿੱਚ, ਟੈਕਸੀ ਵਾਲਿਆਂ ਨੂੰ ਮਿਲੇ ਸੀ, ਉਹਨਾਂ ਦਾ ਪਿਛਲੇ 7 ਮਹੀਨੇ ਦਾ ਜਿਹੜਾ ਜਾਂ ਪਿਛਲੇ ਸਮੇਂ ਦਾ ਜਿਹੜਾ ਬਕਾਇਆ ਖੜਾ ਸੀ ਕੋਰੋਨਾ ਦੇ ਵਿੱਚ 2020 ਦਾ, ਉਹ ਅਸੀਂ ਮਾਫ ਕਰ ਦਿੱਤਾ ਹੈ। 3 ਵੀਲਰਾਂ ਵਾਲਿਆਂ ਦਾ ਅੱਗੇ ਨੂੰ ਵੀ ਟੈਕਸ ਮਾਫ ਕਰ ਦਿੱਤਾ ਹੈ ਤੇ ਪੁਰਾਣਾ ਬਕਾਇਆ ਵੀ ਮਾਫ ਕਰ ਦਿੱਤਾ ਗਿਆ। ਜਿਹੜੀਆਂ ਉਹਨਾਂ ਤੇ ਜੁਰਮਾਨੇ ਹੋਏ ਸੀ ਲਗਭਗ 30,000 3 ਵੀਲਰ ਵਾਲੇ ਹੈ, ਉਹਨਾਂ ਦੇ ਜੁਰਮਾਨੇ ਮਾਫ ਕਰਨ ਦਾ ਸਰਕਾਰ ਨੇ ਫੈਸਲਾ ਕਰ ਲਿਆ। 20 ਤਰੀਕ ਨੂੰ ਹੁਣ ਸਾਡੀ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਏਗੀ ਕਿਸਾਨਾਂ ਦੇ ਕਰਜ਼ੇ ਬਾਰੇ ਤੇ ਹੋਰ ਸਮੱਸਿਆਵਾਂ ਬਾਰੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਨੂੰ 9/12 ਤੇ ਅੱਜ ਦੀ 2 ਕੈਬਨਿਟ ਮੀਟਿੰਗ ਜਿਹੜੀਆਂ ਹੋਈਆਂ, ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਜੋ ਫੈਸਲੇ ਲਏ ਹੈ ਉਹਨਾਂ ਬਾਰੇ ਜਾਣਕਾਰੀ ਦੇਣ ਵਾਸਤੇ ਅੱਜ ਬੁਲਾਇਆ। ਸੋ ਇੱਕ ਤਾਂ ਕੋਈ ਵੀ ਜ਼ਿਮੀਂਦਾਰ ਜਾਂ ਜ਼ਮੀਨ ਜਿਹਦੀ ਵੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਅੱਗੇ ਸਾਡੀ ਸਰਕਾਰ ਆ ਜਿਹੜੀ ਹੁਣ ਮੌਜੂਦਾ ਇਸ ਦੇ ਆਉਣ ਤੋਂ ਪਹਿਲਾਂ ਜੇ ਕੋਈ ਮਿੱਟੀ ਚੱਕਦਾ ਸੀ ਤਾਂ ਰਾਇਲਟੀ ਲੱਗਦੀ ਸੀ ਤੇ ਰਾਇਲਟੀ ਵਾਲੇ ਆ ਜਾਂਦੇ ਸੀ। ਹੁਣ ਇਹ ਕੰਮ ਬਿਲਕੁਲ ਖਤਮ ਹੋ ਗਿਆ ਹੈ। ਕੈਬਨਿਟ ਦੇ ਵਿੱਚ ਵੀ ਅਸੀਂ ਪਾਸ ਕਰ ਦਿੱਤਾ 3 ਫੁੱਟ ਤੱਕ ਕੋਈ ਵੀ ਆਪਣੀ ਮਿੱਟੀ ਫ੍ਰੀ ਆਫ ਕਾਸਟ ਚੱਕ ਸਕਦਾ, ਕਿਸੇ ਮਨਜ਼ੂਰੀ ਦੀ ਲੋੜ ਨਹੀਂ, ਕੋਈ ਰਾਇਲਟੀ ਨਹੀਂ ਲੱਗਣੀ, ਕੋਈ ਮਾਈਨਿੰਗ ਪਾਲਿਸੀ ਨਹੀਂ ਲੱਗਣੀ। ਉਹਨਾਂ ਪਰ ਮਾਈਨਿੰਗ ਪਾਲਿਸੀ ਖਤਮ ਕਰ ਦਿੱਤੀ। ਇਸ ਤੋਂ ਇਲਾਵਾ ਜਿਹੜੇ ਭੱਠੇ ਵਾਲੇ ਆ ਉਹ ਜਿਹੜੀ ਜ਼ਮੀਨ ਵਿੱਚੋਂ ਇੱਟਾਂ ਬਣਾਉਂਦੇ ਆ ਉਹਦੇ ਪਰ ਟੈਕਸ ਲੱਗਦਾ ਸੀ, ਮਾਈਨਿੰਗ ਦੀ ਪਾਲਿਸੀ ਲੱਗਦੀ ਸੀ। ਐਸੀ ਉਹਨਾਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤਾ ਹੈ। ਭੱਠੇ ਵਾਲਿਆਂ ਨੂੰ ਕੋਈ ਰਾਇਲਟੀ ਨਹੀਂ ਲੱਗੇਗੀ, ਕੋਈ ਜਾ ਕੇ ਤੰਗ ਨਹੀਂ ਕਰੇਗਾ। ਆਪਣੀ ਇੱਟਾਂ ਬਣਾਉਣ ਵਾਸਤੇ ਜ਼ਿਮੀਂਦਾਰ ਤੋਂ ਮਿੱਟੀ ਖਰੀਦ ਕੇ ਜ਼ਿਮੀਂਦਾਰ ਦੇ ਪੈਸੇ ਦੇ ਕੇ ਉਹ 3 ਫੁੱਟ ਤੱਕ ਜਦ ਮਰਜ਼ੀ ਚੱਕ ਸਕਦੇ, ਕਿਸੇ ਨੂੰ ਕੋਈ ਰੋਕ ਨਹੀਂ ਹੈ। ਤੇ ਅੱਜ ਵੀ ਭੱਠੇ ਵਾਲਿਆਂ ਨੇ ਮੇਰਾ ਆ ਕੇ ਇੱਕ ਪ੍ਰੋਗਰਾਮ ਦੇ ਵਿੱਚ ਧੰਨਵਾਦ ਕੀਤਾ ਹੈ, ਮੈਨੂੰ ਸਨਮਾਨ ਵੀ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਭੱਠੇ ਵਾਲਿਆਂ ਨੂੰ ਬਚਾ ਲਿਆ ਹੈ। ਇਹਦੇ ਨਾਲ ਇੱਟਾਂ ਵੀ ਸਸਤੀਆਂ ਹੋਣਗੀਆਂ, ਰਾਇਲਟੀ ਖਤਮ ਹੋ ਗਈ ਹੈ, ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅਗਲਾ ਸਾਡਾ ਜਿਹੜਾ ਫੈਸਲਾ ਸਫਾਈ ਸੇਵਕ ਤੇ ਸੀਵਰਮੈਨ ਤੇ ਕੰਟਰੈਕਟ ਤੇ ਲੱਗੇ ਨਗਰ ਨਿਗਮਾਂ ਤੇ ਮਿਊਨਿਸਪਲ ਕਮੇਟੀਆਂ ਦੇ ਕਰਮਚਾਰੀ ਉਹਨਾਂ ਨੂੰ ਸਰਕਾਰ ਨੇ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। ਜਿਹੜੇ ਕੰਟਰੈਕਟ ਬੇਸ ਤੇ ਲੱਗੇ ਹੋਏ ਆ ਉਹਨਾਂ 'ਚ 10 ਸਾਲ ਵਾਲੀ ਸ਼ਰਤ ਨਹੀਂ ਹੋਏਗੀ। ਉਹਨਾਂ ਨੂੰ
पिछली कैप्टन साहब की सरकार वेले फैसला होया सी, उन्होंने लागू नहीं सी कीता। ऐसी उस फैसले नूं लागू कर रहे हैं। म्यूनसिपल कमेटियां दे विच सीवरमैन, सफाई सेवक या कर्मचारी कंट्रैक्ट बेस ते जिहड़े लगे हुए उन्होंने पक्का किया जा रहा है। जिहड़े आउटसोर्स लगे हुए उन्होंने कंट्रैक्ट ते किया जा रहा है। ये पंजाब सरकार ने फैसला कर दिता है। म्यूनसिपल कमेटियां ने मता पा के भेजना है, वह लागू हो जाएगा। इस करके जे किसी म्यूनसिपल कमेटी ने मता नहीं पाया, वैसे तो सारिਆਂ ने पा दिता है, वो अपना पा के भेज दें। सफाई कर्मचारी, सीवरमैन, ट्रैक्टरां दे लगे ड्राइवर जिहड़े कूड़ा ढोंदे है या गड्डियां दे उपर जिहड़े कूड़ा ढोंदे है, उन्हां नूं पक्का करन दा फैसला सरकार ने कर लिया। इस तो इलावा पंजाबी भाषा 10वीं तक पास होवे, ये पहला सरकार दे विच तां सीगा, लेकिन कारपोरेशन बोर्डां विच नहीं सी। बाकी जिहड़े सरकार दे अर्ध सरकारी अदारे उन्हां विच नहीं सी, उन्हां विच भी सरकार ने फैसला ले लिया कि किसी ने नौकरी लगना है तो 10वीं तक पंजाबी पहला पास होनी चाहिए, तां उन्हें नौकरी मिलेगी। इहदे नाल जिहड़े बाहर तो आके नौकरी भालदे है, उन्हां नूं रोक के पंजाबियां नूं ही नौकरी मिलेगी। पानी दे एरिया पिंडां दे विच ते शहरां दे विच नोटिफिकेशन हो गई सी। पिंडां दे विच कन्फ्यूजन सीगी, ऐसी क्लीयर कर दिता है कैबिनेट दे विच कि पुराने बकाए पानी दे जिहड़े पिंडां दे विच खड़े सी, उन्हां नूं पंजाब सरकार ने माफ कर दिता है। पुराने बकाए देण दी लोड़ नहीं। अगे नूं 50 रुपये फ्लैट रेट ते बिल आएगा पिंडां दे विच ते शहरां दे विच। पहला पिंडां दे विच 160 रुपया सी, शहरां दे विच 105 रुपये तो लेके 250 रुपये तक पानी का बिल सी। हुण पिंडां ते शहरां दा फ्लैट रेट 50 रुपये बिल आएगा, पुराने बकाए माफ है। जिहड़ी नरमे दी फसल दा नुकसान होया, उहदा पंजाब सरकार ने 12,000 रुपया मुआवजा भेजिया है। किसानां दा एजिटेशन चल रहा सी, उगराहा ग्रुप ते दूसरे किसान साडे नाल आए सी मिलण। ऐसी फैसला कीता सी उन्हां दे नाल कि असीं 17,000 रुपया जिहड़ा मुआवजा कर दांगे। कैबिनेट ने क्लीयर कर दिता है। 12,000 डीसीआं कोल चले गया है, 5-5 असीं होर भेजांगे। कैबिनेट दा फैसला हो गया है। नरमे दा मुआवजा जिहड़ा वो 17,000 रुपया प्रति एकड़ मिलेगा, जिन्हां दी फसल 75% तो उपर खराबा होया है। अज कैबिनेट ने एक बहुत ही अच्छा फैसला लिया है। जिहड़ा इकनॉमिकली वीकर सैक्शन है, लगभग 400 एकड़ दे विच पंजाब दे विच लुधियाना, जलंधर, अमृतसर, मोहाली 25,000 नवे घर बना के दिते जाणगे। बहुत ही उहदे विच जमीन की कीमत जिन्होंने मकान देना उहदी तो नहीं लेनी है। सरकार ने सिर्फ जिहड़ी उपर कंस्ट्रक्शन होनी उहदी कीमत है जिहड़ी वो लेनी है, लेकिन वो भी बैंक दे नाल कंट्रैक्ट कर लिया है। लगभग 4,000 रुपया प्रति महीना किस्त ते 25,000 मकान ऐसी 25,000 लोगों को दवांगे बना के। उसका अज कैबिनेट ने फैसला कर लिया है। 400 एकड़ जमीन की शनाख्त कर ली असी, साडे कोल है ते असी उहदे च बनाउण लगे हैं। इहदियां दरखास्तां लेके लॉटरी सिस्टम नाल दिता जाएगा। 28 नवे अदारे हैल्थ इंस्टीट्यूशन नूं अपग्रेड कीता है ते उहदे वास्ते 775 नवीआं असामियां दी रचना करन दा प्रस्ताव अज कैबिनेट ने सरकार ने पास कर दिता है ते 28 नवे अदारियां नूं असीं अपग्रेड कर रहे हैं, जिहदे विच बहुत सारे हुण लिस्ट मेरे कोल हैगी है, जे चाहो तो बोल भी देना है। इहदे विच लोपो के मौड़ मंडी, जलालाबाद, खमाणो, बसी पठाणा, जैतों, बटाला, ढकोली, लहरा गागा, मोरिंडा दे कम्यूनिटी सेंटर हैल्थ सेंटर नूं सब डिवीजन हस्पताल बना के अपग्रेड कर दिता गया है
ਪ੍ਰਾਇਮਰੀ ਹੈਲਥ ਸੈਂਟਰ ਧਰਮਕੋਟ ਨੂੰ ਅਪਗ੍ਰੇਡ ਕੀਤਾ ਗਿਆ ਹੈ। ਸਿੰਘੋਵਾਲ ਗੁਰਦਾਸਪੁਰ ਦੇ ਵਿੱਚ, ਰਾਜਾ ਝਾਂਸੀ ਅੰਮ੍ਰਿਤਸਰ ਦੇ ਵਿੱਚ, ਭਗੜਾਣਾ ਫਤਿਹਗੜ੍ਹ ਸਾਹਿਬ ਦੇ ਵਿੱਚ, ਕਾਲਾ ਅਫਗਾਨਾ ਗੁਰਦਾਸਪੁਰ ਦੇ ਵਿੱਚ, ਢਿੱਲਵਾਂ ਕਪੂਰਥਲਾ ਦੇ ਵਿੱਚ, ਕੀਰਤਪੁਰ ਸਾਹਿਬ, ਮੁੱਲਾਂਪੁਰ ਦਾਖਾਂ, ਝਾਂਡੀਆਂ ਕਲਾਂ, ਗੜਦੀਵਾਲਾ, ਘੜੂਆਂ, ਬੋਪਾਰਾਏ, ਬਰਨਾਲਾ ਦੇ ਵਿੱਚ, ਹੰਡਿਆਏ, ਖੰਡੂਜ ਫਾਜ਼ਿਲਕਾ 'ਚ, ਨਡਾਲਾ ਕਪੂਰਥਲਾ 'ਚ, ਬਹਿਣੀਵਾਲ ਮਾਨਸਾ 'ਚ, ਸਨੌਰ ਪਟਿਆਲਾ 'ਚ ਤੇ ਪੱਖੋ ਕਲਾਂ, ਇਹਨਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਮਰੰਡੇ ਦੇ ਵਿੱਚ ਇੱਕ ਟਰੋਮਾ ਸੈਂਟਰ ਪਾਸ ਕੀਤਾ ਗਿਆ ਹੈ। ਇਸੇ ਤਰ੍ਹਾਂ 229 ਸਕੂਲਾਂ ਨੂੰ ਅੱਜ ਅਸੀਂ ਅਪਗ੍ਰੇਡ ਕਰ ਰਹੇ ਹਾਂ, ਮਿਡਲ ਤੋਂ ਹਾਈ ਜਾਂ ਹਾਈ ਤੋਂ ਹਾਈ ਸੈਕੰਡਰੀ। ਇਹ 229 ਸਕੂਲ ਹੈ। ਇਸ ਤੋਂ ਇਲਾਵਾ ਪਿੱਛੇ ਜੇ ਅਸੀਂ 3 ਵੀਲਰ ਵਾਲਿਆਂ ਨੂੰ ਮਿਲੇ ਸੀ ਲੁਧਿਆਣੇ ਦੇ ਵਿੱਚ, ਟੈਕਸੀ ਵਾਲਿਆਂ ਨੂੰ ਮਿਲੇ ਸੀ, ਉਹਨਾਂ ਦਾ ਪਿਛਲੇ 7 ਮਹੀਨੇ ਦਾ ਜਿਹੜਾ ਜਾਂ ਪਿਛਲੇ ਸਮੇਂ ਦਾ ਜਿਹੜਾ ਬਕਾਇਆ ਖੜਾ ਸੀ ਕੋਰੋਨਾ ਦੇ ਵਿੱਚ 2020 ਦਾ, ਉਹ ਅਸੀਂ ਮਾਫ ਕਰ ਦਿੱਤਾ ਹੈ। ਇਹਦੇ ਵਿੱਚ 60,000 3 ਵੀਲਰ ਟੈਕਸੀ ਆਪਰੇਟਰ ਆਉਂਦੇ ਆ, ਉਹਨਾਂ ਨੂੰ ਰਾਹਤ ਮਿਲਣੀ ਹੈ। ਤੇ 3 ਵੀਲਰਾਂ ਵਾਲਿਆਂ ਦਾ ਅੱਗੇ ਨੂੰ ਵੀ ਟੈਕਸ ਮਾਫ ਕਰ ਦਿੱਤਾ ਹੈ ਤੇ ਪੁਰਾਣਾ ਬਕਾਇਆ ਵੀ ਮਾਫ ਕਰ ਦਿੱਤਾ ਗਿਆ ਹੈ। ਜਿਹੜੀਆਂ ਉਹਨਾਂ ਤੇ ਜੁਰਮਾਨੇ ਹੋਏ ਸੀ, ਲਗਭਗ 30,000 3 ਵੀਲਰ ਵਾਲੇ ਹੈ, ਉਹਨਾਂ ਦੇ ਜੁਰਮਾਨੇ ਮਾਫ ਕਰਨ ਦਾ ਸਰਕਾਰ ਨੇ ਫੈਸਲਾ ਕਰ ਲਿਆ। ਕਾਨੂੰਨੀ ਅੜਚਨ ਸੀਗੀ, ਲੋਕ ਅਦਾਲਤ ਲਾ ਕੇ ਉਹਨਾਂ ਦਾ ਜੇ 10,000 ਵੀ ਜੁਰਮਾਨਾ ਹੈ ਤਾਂ 1 ਰੁਪਿਆ ਜੁਰਮਾਨਾ ਉਹਨਾਂ ਤੋਂ ਲੈ ਕੇ ਕਾਨੂੰਨੀ ਅੜਚਨ ਦੂਰ ਕਰਕੇ ਮਾਫ ਕਰ ਦਿੱਤਾ ਜਾਏਗਾ। ਮਿੰਨੀ ਬੱਸਾਂ ਤੇ ਟੈਕਸ ਪਹਿਲਾਂ 30,000 ਸੀ, ਹੁਣ ਪੰਜਾਬ ਸਰਕਾਰ ਨੇ 20,000 ਕਰ ਦਿੱਤਾ ਹੈ ਸਾਲ ਦਾ। ਇਹ ਜਿਹੜਾ ਮੈਂ ਤੁਹਾਨੂੰ 60,000 ਗੱਡੀਆਂ ਦੱਸੀਆਂ, ਉਹਨਾਂ 'ਚ ਧਾਰਮਿਕ ਸੰਸਥਾਵਾਂ ਦੀਆਂ ਗੱਡੀਆਂ ਨੂੰ ਵੀ ਛੋੜ ਦਿੱਤੀ ਗਈ ਹੈ ਮੋਟਰ ਵਹੀਕਲ ਐਕਟ ਦੇ ਵਿੱਚ ਕੋਰੋਨਾ ਦੇ ਟਾਈਮ ਦੇ ਟੈਕਸ ਦੀ। ਸੋ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਆਏ, ਤੁਹਾਨੂੰ ਜਾਣਕਾਰੀ ਦੇਣੀ ਸੀ। ਇਸ ਤੋਂ ਇਲਾਵਾ 2-3 ਅਹਿਮ ਫੈਸਲੇ ਅਸੀਂ ਲਏ ਹੈ ਜਿਹੜੇ ਕਿ ਪਰਸੋਂ ਨੂੰ ਦੁਬਾਰੇ ਕੈਬਨਿਟ ਦੇ ਵਿੱਚ ਪਾਸ ਹੋਣਗੇ। ਉਹਦੇ ਵਿੱਚ ਕਿਉਂਕਿ ਕ੍ਰਿਸਮਸ ਆ ਰਹੀ ਹੈ, ਕ੍ਰਿਸਚਨ ਭਰਾਵਾਂ ਨੇ ਡਿਮਾਂਡ ਕੀਤੀ ਹੈ ਕਿ ਯਿਸੂ ਮਸੀਹ ਜੀ ਦੇ ਨਾਮ ਤੇ ਚੇਅਰ ਸਥਾਪਿਤ ਕੀਤੀ ਜਾਵੇ। ਸੋ ਉਹ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਯਿਸੂ ਮਸੀਹ ਜੀ ਦੇ ਨਾਮ ਤੇ ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਦੀਆਂ ਸਿੱਖਿਆਵਾਂ ਬਾਰੇ, ਬਾਈਬਲ ਦੇ ਵਿੱਚ ਉਹਨਾਂ ਨੇ ਕਿਆ ਸੰਦੇਸ਼ ਦਿੱਤੇ ਹੈ, ਉਹਦੇ ਬਾਰੇ ਇੱਕ ਪੂਰੀ ਰਿਸਰਚ ਤੇ ਚੇਅਰ ਸਥਾਪਿਤ ਕੀਤੀ ਜਾਏਗੀ। ਇਸ ਤੋਂ ਇਲਾਵਾ ਹਰ ਮੁਸਲਿਮ ਅਤੇ ਕ੍ਰਿਸਚਨ ਬਰਾਦਰੀ ਨੂੰ ਜਿੱਥੇ ਜਿੱਥੇ ਗ੍ਰੇਵ ਯਾਰਡ ਦੀ ਜ਼ਰੂਰਤ ਹੈ ਉਹ ਪੰਜਾਬ ਸਰਕਾਰ ਬਣਾ ਕੇ ਦੇਗੀ। ਤੀਸਰਾ, ਇੱਕ ਅਹਿਮ ਫੈਸਲਾ ਪੰਜਾਬ ਸਰਕਾਰ ਕਰ ਰਹੀ ਹੈ ਕਿ ਗੀਤਾ, ਭਗਵਦ ਗੀਤਾ ਅਤੇ ਰਮਾਇਣ, ਇਹਨਾਂ ਤੇ ਇੱਕ ਅਧਿਐਨ ਸੈਂਟਰ ਪਟਿਆਲੇ ਦੇ ਵਿੱਚ ਪੰਜਾਬ ਸਰਕਾਰ ਬਣਾ ਰਹੀ ਹੈ। ਜਿਹੜੀ ਓਪਨ ਯੂਨੀਵਰਸਿਟੀ ਦੀ ਜਗ੍ਹਾ ਹੈ ਉਹਦੇ ਨਾਲ ਉਸੇ ਜਗ੍ਹਾ ਦੇ ਵਿੱਚ ਵੱਖਰੀ ਇੱਕ ਜਗ੍ਹਾ ਅਲਾਟ ਕਰਕੇ ਉਹਦੇ 'ਚ ਅਧਿਐਨ ਸੈਂਟਰ ਬਣਾਇਆ ਜਾ ਰਿਹਾ ਹੈ। ਤੇ ਇੱਕ ਗੁਰੂ ਰਵਿਦਾਸ ਜੀ ਦੇ ਨਾਮ ਤੇ ਡੇਰਾ ਬੱਲਾ ਵਿਖੇ ਪਟਿਆਲੇ ਜਿਹੜਾ ਅਧਿਐਨ ਸੈਂਟਰ ਬਣ ਰਿਹਾ ਉਹਦੇ ਵਾਸਤੇ 10 ਕਰੋੜ ਰੁਪਏ ਭੇਜੇ ਜਾ ਰਹੇ। ਡੇਰਾ ਬੱਲਾ ਵਿਖੇ ਗੁਰੂ ਰਵਿਦਾਸ ਜੀ ਦੀ ਜੀਵਨੀ ਤੇ ਇੱਕ ਅਧਿਐਨ ਸੈਂਟਰ ਬਣਾਇਆ ਜਾਏਗਾ, ਜਿਹਦੇ ਵਾਸਤੇ ਵੱਖਰੇ ਤੌਰ ਤੇ ਉੱਥੇ 100 ਏਕੜ ਜ਼ਮੀਨ ਖਰੀਦੀ ਜਾ ਰਹੀ। ਸੋ ਇਹ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਕਰ ਜਾ ਰਹੀ ਹੈ ਕਿ ਜਨਰਲ ਕਾਸਟ ਵਾਸਤੇ ਕਮਿਸ਼ਨ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਹੈ, ਜਿਹੜਾ ਕਿ ਪਰਸੋਂ ਨੂੰ ਕੈਬਨਿਟ ਦੇ ਵਿੱਚ ਪਾਸ ਕੀਤਾ ਜਾਏਗਾ। ਇਹ ਸਾਡੇ ਨਵੇਂ ਫੈਸਲੇ ਹੈ ਤੇ ਨਵੀਆਂ ਰਾਹਤਾਂ ਪੰਜਾਬ ਦੇ ਲੋਕਾਂ ਨੂੰ ਤੇ ਨਵੀਂ ਪਾਲਿਸੀ ਜਿਹੜੀ ਹੈ ਉਹ ਤੁਹਾਨੂੰ ਮੈਂ ਦੱਸੀ ਹੈ।
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਚੰਨੀ ਸਾਹਿਬ ਉਹ ਵੱਖਰਾ ਚੰਨੀ ਸਾਹਿਬ ਇੱਕ ਦੱਸਣਾ ਕਿ ਕਿਸਾਨ ਕਾਫੀ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ, ਉਹ ਕਰਜ਼ੇ ਮਾਫੀ ਦਾ ਬਾਰ-ਬਾਰ ਉਹਨਾਂ ਨੂੰ ਮੰਗ ਕੀਤੀ ਜਾ ਰਹੀ ਹੈ ਔਰ ਇਹਨਾਂ ਬਾਰੇ ਸੀ ਉਹ ਕਿਉਂਕਿ ਕੱਲ੍ਹ ਵੀ ਨਾ ਬਿਲਕੁਲ ਹੁਣ ਰੇਲ ਗੱਡੀਆਂ ਰੋਕ ਕੇ ਰੱਖੀਆਂ ਨੇ, ਉਹਨਾਂ ਬਾਰੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਮੀਟਿੰਗ ਵਾਸਤੇ ਟਾਈਮ ਮੰਗਿਆ। ਅਸੀਂ 17 ਤਰੀਕ ਤੈਅ ਕੀਤੀ ਸੀ, ਲੇਕਿਨ ਅੱਜ ਕੁਝ ਜਥੇਬੰਦੀਆਂ ਦੇ ਟਾਈਮ ਗੱਲ ਆਈ ਹੈ ਕਿ ਅਸੀਂ 17 ਤਰੀਕ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾ ਹੈ। ਇਸ ਕਰਕੇ ਇਹ ਤਰੀਕ ਹੈ ਜਿਹੜੀ 20 ਤਰੀਕ ਕਰ ਦਿੱਤੀ ਜਾਵੇ। 20 ਤਰੀਕ ਨੂੰ ਹੁਣ ਸਾਡੀ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਏਗੀ ਕਿਸਾਨਾਂ ਦੇ ਕਰਜ਼ੇ ਬਾਰੇ ਤੇ ਹੋਰ ਸਮੱਸਿਆਵਾਂ ਬਾਰੇ। ਉਹਦੇ ਵਿੱਚ ਕਿਸਾਨਾਂ ਦੀ ਭਾਵਨਾਵਾਂ ਨੂੰ ਦੇਖ ਕੇ ਫੈਸਲਾ ਲਿਆ ਜਾਏਗਾ। ਸੀਐਮ ਸਾਹਿਬ ਜਿਹੜਾ ਕੱਲ ਜਿਹੜੀ ਐਸਟੀਐਫ ਦੀ ਉਹ ਚਿੱਠੀ ਹੈ ਖਾਨ ਸਾਹਿਬ ਦੀ ਬਾਹਰ ਵਾਇਰਲ ਹੋਈ ਹੈ ਔਰ ਉਹਨੇ ਗੱਲ ਕਹੀ ਹੈ ਕਿ ਇਹਦੇ ਵਿੱਚ ਕੁਝ ਹੈ ਨਹੀਂ ਤਾਂ ਪੱਕੀ ਐਕਸ਼ਨ ਲੈ ਸਕਦੇ ਹੈ। ਕਿਹਦੀ ਅਸਤਾਨਾ ਜੀ ਦੀ ਜਿਹੜੀ ਰਿਪੋਰਟ ਲੀਕ ਹੋਈ ਹੈ ਉਹਦੇ ਤੇ ਅਸੀਂ FIR ਦਰਜ ਕਰਾ ਰਹੇ और पता कर रहे हैं कि किस तरीके ਦੇ ਨਾਲ ਇਹ ਲੀਕ ਕੀਤੀ ਗਈ ਹੈ, ਫਾਈਲਾਂ ਨੂੰ ਕਿਸ ਤਰ੍ਹਾਂ ਲੀਕ ਹੋਇਆ, ਕਿਸ ਤਰ੍ਹਾਂ ਤਰੀਕੇ ਦੇ ਨਾਲ ਉਹ ਛੁੱਟੀ ਪਰ ਗਏ ਹੈ। ਸਾਰਾ ਕੁਝ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਡਾਕੂਮੈਂਟ ਹੈ ਕਿਸ ਤਰ੍ਹਾਂ ਲੀਕ ਹੋਇਆ ਉਹਦੇ ਤੇ FIR ਦਰਜ ਹੋ ਕੇ ਤਹਿਕੀਕਾਤ ਕੀਤੀ ਜਾਏਗੀ। ਸੀਐਮ ਸਾਹਿਬ ਇੱਕ ਤੁਸੀਂ ਕਿਹਾ 36000 EMPLOYEES ਨੂੰ ਰੈਗੂਲਰ ਕਰਨਾ ਹੈ। ਸੀਐਮ ਸਾਹਿਬ 36000 EMPLOYEES ਰੈਗੂਲਰ ਕਰਨਾ ਪਰ ਨੋਟੀਫਿਕੇਸ਼ਨ ਨਹੀਂ ਆਇਆ। ਨੋਟੀਫਿਕੇਸ਼ਨ ਇਸ ਤਰ੍ਹਾਂ ਹੈ कि गवर्नर साहब कोर्ट 2 बार फैल जाती है, फैल गई हुई है, 1 दिनों च आ जाएगी। सानू पूरी आस है, ਅਸੀਂ ਪਿੱਛੇ ਲੱਗੇ ਹੋਏ ਨਾਲ ਲੱਗਦੀ ਅਸੀਂ 5-7 ਦਿਨਾਂ ਵਿੱਚ ਉਹਨਾਂ ਨੂੰ ਪੱਕੇ ਕਰਦੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਦਾਂਗੇ। ਉਹਦੇ ਤੇ ਅੱਜ ਵੀ ਡਿਸਕਸ਼ਨ ਹੋਈ ਹੈ, ਚੱਲ ਰਹੀ ਹੈ। ਉਹਦੇ ਤੇ ਕਮੇਟੀ ਬਣਾਈ ਹੈ, ਅਸੀਂ 2-4 ਦਿਨਾਂ 'ਚ ਅਸੀਂ ਰਿਪੋਰਟ ਦੇ ਦਾਂਗੇ ਹਾਇਰ ਐਜੂਕੇਸ਼ਨ ਦੇ ਮਿਨਿਸਟਰ ਸਾਹਿਬ ਨੂੰ। ਸੀਐਮ ਸਾਹਿਬ ਜੋ ਸਤਾਨਾ ਸਾਹਿਬ ਦੀ ਚਿੱਠੀ ਜਿਹੜੀ ਲੀਕ ਹੋਈ ਹੈ ਉਸ ਦੇ ਵਿੱਚ ਜਿਹੜੇ ਬੇਸਿਕ ਇਸ਼ੂਜ਼ ਨੇ, ਜਿੱਦਾਂ ਉਹਨਾਂ ਨੇ ਕਿਹਾ ਕਿ ਲੀਗਲ ਹਿਚਿਸ ਨੇ ਕਿ ਜਿਹੜਾ STF ਦੀ ਰਿਪੋਰਟ ਹੈ ਉਸ ਨੂੰ ਅਸੀਂ ਫਰਦਰ ਉਹ ਨਹੀਂ ਕਰ ਸਕਦੇ ਨੇ। ਉਹ ਜਿਹੜੀ ਚਿੱਠੀ ਲੀਕ ਹੋਈ ਹੈ ਉਹ ਅੱਧਾ ਵਰਜਨ ਹੈ। ਉਸੇ ਬੰਦੇ ਦੀ ਹੱਥ ਲਿਖ ਚਿੱਠੀ ਇੱਕ ਹੋਰ ਵੀ ਹੈਗੀ ਹੈ ਰਿਪੋਰਟ, ਉਹ ਅਜੇ ਪ੍ਰੈਸ ਦੇ ਸਾਹਮਣੇ ਨਹੀਂ ਆਈ। ਉਹ ਜਿਹੜਾ ਤੁਹਾਡੇ ਵਾਲੀ ਜਿਹੜੀ ਇਸ ਟਾਈਮ ਜਿਹੜੇ ਬੰਦਿਆਂ ਨੂੰ ਡਰ ਹੈ ਕਿ ਉਹਨਾਂ ਤੇ ਕਾਰਵਾਈ ਹੋਏਗੀ, ਜਿਹੜੀਆਂ ਬੜੀਆਂ ਮੱਛੀਆਂ ਨਸ਼ਿਆਂ ਦੇ ਵਿੱਚ ਜਿਹੜਿਆਂ ਨੂੰ ਹੁਣ ਭੰਬਲ ਪੁੱਸਾ ਪਿਆ ਹੋਇਆ ਔਰ ਭੱਜਣ ਲੱਗੇ ਹੋਏ, ਜਿਹੜਿਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਸਾਡੇ ਅਫਸਰਾਂ ਨੂੰ ਧਮਕੀਆਂ ਦੇ ਰਹੇ, ਉਹਨਾਂ ਨੇ ਲੀਕ ਕੀਤੀ ਸੀ। ਲੇਕਿਨ ਉਹ ਬਹੁਤ ਛੋਟਾ ਪੋਰਸ਼ਨ ਹੈ, ਉਹ ਪੋਰਸ਼ਨ ਦਾ ਮਹੱਤਵ ਕੋਈ ਨਹੀਂ ਹੈ, ਉਸ ਤੋਂ ਅੱਗੇ ਤੇ ਪਿੱਛੇ ਦਾ ਮਹੱਤਵ ਹੈ ਜਿਹੜੀ ਅਸਲੀ ਰਿਪੋਰਟ ਹੈ। ਚੰਨੀ ਸਾਹਿਬ ਕੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਊਗੀ? ਮੈਂ ਕੋਈ ਨਹੀਂ ਹੈ ਕਿਸੇ ਦੀ ਗ੍ਰਿਫਤਾਰੀ ਕਰਨੇ ਵਾਲਾ, ਨਾ ਹੀ ਮੈਂ ਕਿਸੇ ਦੀ ਖਾਸ ਬੰਦੇ ਵਿਅਕਤੀ ਦੇ ਉੱਤੇ ਗੱਲ ਕਰਦਾ। ਕਾਨੂੰਨ ਆਪਣਾ ਤਰੀਕਾ ਅਪਣਾ ਰਿਹਾ, ਕਾਨੂੰਨ ਨੇ ਆਪਣੇ ਤਰੀਕੇ ਦੇ ਨਾਲ ਕੰਮ ਕਰਨਾ ਹੈ। ਮੈਂ ਤੁਹਾਨੂੰ ਕਿਸੇ ਦਾ ਨਾਮ ਨਹੀਂ ਲਿਆ, ਮੈਂ ਕਿਹਾ ਨਸ਼ੇ ਦੀਆਂ ਵੱਡੀਆਂ ਮੱਛੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਵੱਡੀਆਂ ਮੱਛੀਆਂ ਦੇ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਕਿਸੇ ਦਾ ਨਾਮ ਲੈ ਰਹੇ। ਤੁਹਾਨੂੰ ਤੁਹਾਡੇ ਹੋਮ ਮਿਨਿਸਟਰ ਕਹਿ ਰਹੇ ਜੀ। ਮੈਂ ਇਹ ਕਹਿ ਰਿਹਾ ਕਿ ਆਪਣੀ ਆਪਣੀ ਸੋਚ ਹੈ, ਇਸੇ ਕਰਕੇ ਜਿਨ੍ਹਾਂ ਦੀ ਦਾੜੀ ਦੇ ਵਿੱਚ ਤਿਣਕਾ ਹੈ, ਜਿਹੜਾ ਬੰਦਿਆਂ ਨੇ ਸਾਰੇ ਕੁਕਰਮ ਕੀਤੇ ਹੈ, ਉਹ ਕੋਰਟ ਦੇ ਵਿੱਚ ਵੀ ਬੈਠੇ ਜਾਂਦੇ ਹੈ। ਹਾਂਜੀ ਉਹੀ ਜਾ ਰਹੇ ਹਨ। ਕੋਰਟ ਨੇ ਉਹਨਾਂ ਨੂੰ ਕਿਹਾ ਕਿ ਤੂੰ ਕੌਣ ਹੈ ਭਾਈ, ਤੈਨੂੰ ਡਰ ਹੈ ਕੋਈ ਅੰਦਰ ਤਾਂ ਤੂੰ ਆਇਆ, ਤੂੰ ਕਰਨੇ ਵਾਲਾ ਸਾਰਾ ਕੁਝ। ਇਹ ਕੋਰਟ ਨੇ ਉਹਨਾਂ ਨੂੰ ਕਿਹਾ ਔਰ ਉਹੀ ਲੋਕ ਅੱਜ ਸਾਡੇ ਅਫਸਰਾਂ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕਰ ਰਹੇ। ਪੰਜਾਬ ਪੁਲਿਸ ਨੇ ਬਹੁਤ ਬੜੇ ਕੰਮ ਕੀਤੇ ਹੋਏ ਹੈ ਤਾਂ ਇਹ ਵੀ ਕਰੇਗੀ। ਸੀਐਮ ਸਾਹਿਬ ਸੁਖਬੀਰ ਸਿੰਘ ਬਾਦਲ ਹਰ ਇੱਕ ਮੰਚ ਤੇ ਹੁਣ ਇਹੀ ਗੱਲ ਕਰ ਰਹੇ ਨੇ ਕਿ ਪੰਜਾਬ 'ਚ ਜਿਹੜੀ ਤੁਹਾਡੀ ਸਰਕਾਰ ਹੈ ਉਹ ਉਹਨਾਂ ਨੂੰ ਔਰ ਵਿਕਰਮ ਮਜੀਠੀਆ ਨੂੰ ਡੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਝੂਠੇ ਮਾਮਲੇ ਜਿਹੜੇ ਨੇ, ਝੂਠੇ ਗਵਾਹ ਜਿਹੜੇ ਨੇ ਉਹ ਤਿਆਰ ਕਰਾਏ ਜਾ ਰਹੇ ਨੇ। ਉਹ ਇਹ ਵੀ ਕਹਿ ਰਹੇ ਨੇ ਕਿ ਇਸ ਲਈ ਅਫਸਰਾਂ ਤੇ ਵੀ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਪਰਚੇ ਦਰਜ ਕਰੋ ਤੇ ਉਹਨਾਂ ਨੂੰ ਅੰਦਰ ਡੱਕੋ। ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਇੰਨੇ ਡਰੇ ਵੇ ਕਾਤੇ ਹੈ, ਇੰਨੇ ਕਿਉਂ ਡਰਦੇ ਰਹੋ? ਜਦੋਂ ਗਲਤ ਕੰਮ ਕਰਦੇ ਸੀ ਉਦੋਂ ਨਹੀਂ ਸੋਚਣਾ ਸੀ। ਇਸ ਕਰਕੇ ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਕੋਈ ਇਹੋ ਜਿਹੀ ਸੋਚ ਨਹੀਂ ਹੈ।
ਜਿਹੜੇ ਬੰਦਿਆਂ ਨੇ ਬੇਅਦਬੀ ਕਰਾਈ ਹੈ ਉਹ ਸਾਹਮਣੇ ਆਣਗੇ, ਜਿਨ੍ਹਾਂ ਨੇ ਨਸ਼ੇ ਵੇਚੇ ਹੈ, ਨਸ਼ੇ ਬਕਵਾਏ ਹੈ, ਉਹਨਾਂ ਦੀ ਸਰਪ੍ਰਸਤੀ ਕੀਤੀ ਹੈ, ਪੰਜਾਬ ਦੇ ਨੌਜਵਾਨੀ ਨੂੰ ਗਾਲਿਆ ਹੈ, ਉਹ ਲੋਕ ਸਾਹਮਣੇ ਆਣੇ ਚਾਹੀਦੇ ਹੈ। ਔਰ ਸਾਡੀ ਇਹ ਮੋਰਲ ਦੇ ਨਾਲ ਨਾਲ ਇੱਕ ਡਿਊਟੀ ਹੈ। ਅਸੀਂ ਜੇ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਹੈ ਕਿ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਸਹੀ ਕਾਨੂੰਨ ਕਰੀਏ ਤਾਂ ਕਾਨੂੰਨ ਸਹੀ ਕੰਮ ਹੀ ਕਰੇਗਾ। ਕਦੇ ਕਿਤੇ ਵੀ ਝੁਕਾਂਗੇ ਨਹੀਂ, ਲੇਪਾਂਗੇ ਨਹੀਂ, ਡਰਾਂਗੇ ਨਹੀਂ। ਜਿੰਨਾ ਜੀਵਨ ਹੈ ਈਮਾਨਦਾਰੀ ਔਰ ਨੇਕ ਨੀਤੀ ਨਾਲ ਕਿਸੇ ਨੂੰ ਗਲਤ ਫਸਾਣਾ ਨਹੀਂ, ਲੇਕਿਨ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ, ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ, ਉਹ ਬਖਸ਼ੇ ਜਾਣ। ਇਹ ਵੀ ਸਾਡਾ ਕੋਈ ਇਹ ਕਦੋਂ ਤੱਕ ਹੋ ਜੂਗੀ ਜੀ ਕਾਰਵਾਈ? ਇਹ ਦੇਖੋ ਇਹ ਕਾਨੂੰਨ ਹੈ। ਅਗਲੇ ਹਾਈ ਕੋਰਟ ਵਿੱਚ ਵੀ ਪੰਗੇ ਲੈ ਰਹੇ ਹੈ, ਅੜਿੱਕੇ ਉਡਾ ਰਹੇ ਹੈ, ਅਫਸਰਾਂ ਨੂੰ ਵੀ ਚੱਕ ਚਕਾਈ ਹੋ ਰਹੀ ਹੈ। ਕਿਸੇ ਨੂੰ ਤੁਹਾਨੂੰ ਸਾਰਾ ਕੁਝ ਪਤਾ ਹੈ ਯਾਰ, ਤੁਸੀਂ ਮੈਨੂੰ ਪੁੱਛਦੇ ਹੋ। ਹਾਈ ਕੋਰਟ ਨੇ ਤਾਂ ਇਹ ਗੱਲ ਕਹੀ ਹੈ ਕਿ ਅਸੀਂ ਰੋਕੇ ਨਹੀਂ ਸਰਕਾਰ ਨੂੰ ਕਾਰਵਾਈ ਕਰਨ ਤੋਂ। ਫਿਰ ਅਸੀਂ ਕਿਹੜੇ ਰੁਕ ਰਹੇ ਹਾਂ?